हड्डी कट्टनी पऊगी, हड्डी कट के फिर दोबारा सही करके लानी पऊगी। ਸਕਰੂ वगैरह ਜਿਹੜੇ ਵੀ ਪਾਏ ਆ ਉਹ ਕੱਢਣੇ ਪੈਣਗੇ ਤੇ ਇਹਨਾਂ ਦਾ ਖਰਚਾ ਬਹੁਤ ਦੱਸਿਆ ਸਰ। ਉਹਨੇ ਪੈਸੇ ਮੇਰੇ ਕੋਲ ਹੈ ਨਹੀਂ ਵੀ ਮੈਂ ਇੰਨਾ ਖਰਚਾ ਚੱਲ ਸਕਾਂ ਸਰ। ਜੇ ਮੈਂ ਇੰਨਾ ਖਰਚਾ ਚੱਲਣ ਵਾਲੀ ਹੁੰਦੀ ਤਾਂ ਫਿਰ ਸਰ ਮੈਂ 10-12 ਹਜ਼ਾਰ ਦੀ ਨੌਕਰੀ ਤੇ ਕਿਉਂ ਲੱਗਦੀ। ਤੇ ਮੈਂ ਸਰ ਨੂੰ ਕਿਹਾ ਕਿ ਸਰ ਐਵੇਂ ਕਰਕੇ ਆ ਗੱਲ ਹੋ ਗਈ ਹੈ। ਉਹ ਕਹਿੰਦੇ ਦੇਖੋ ਮੈਂ ਤਾਂ ਨਾ ਜੇ ਠੀਕ ਕਰਾਉਣਾ ਤਾਂ ਉਹ ਕਰ ਸਕਦਾ, ਹੋਰ ਮੈਂ ਕੁਝ ਨਹੀਂ ਕਰਦਾ। ਤਾਂ ਮੈਨੂੰ ਕਹਿੰਦੇ ਜੇ ਤੁਸੀਂ ਇੰਨੇ ਹੀ ਆਪ ਆਰਥੋਪੈਡਿਸ਼ਨ ਹੋ ਨਾ ਤਾਂ ਆਪ ਹੀ ਕਰ ਲਓ ਆਪਦਾ ਇਲਾਜ, ਮੈਂ ਤਾਂ ਕਰਦਾ ਨਹੀਂ। ਨਰਸਿੰਗ ਆਫੀਸਰ ਹੈ ਅਸ਼ਵਨੀ ਤਿਵਾਰੀ, ਮੈਨੂੰ ਫੋਨ ਕਰਕੇ ਕਹਿੰਦਾ ਕਿ ਤੁਹਾਨੂੰ ਰਿਲੀਵ ਕਰਤਾ ਜੌਬ ਤੋਂ। ਮੈਂ ਪੁੱਛਿਆ ਸਰ ਕਿਉਂ? ਕਹਿੰਦੇ ਇਹ ਨਹੀਂ ਮੈਨੂੰ ਪਤਾ, ਤੁਸੀਂ ਐਚਓਡੀ ਨਾਲ ਗੱਲ ਕਰ ਲਓ। ਬੰਦੇ ਐਂ ਕਰਨ ਵੀ ਤੁਹਾਨੂੰ ਜੌਬ ਤੋਂ ਕੱਢਦੇ ਆ, ਉੱਤੋਂ ਦੀ ਇਹ ਕਹਿੰਦੇ ਉਹਨਾਂ ਨੂੰ ਪਤਾ ਸਰ ਇਹ ਚੀਜ਼, ਕਹਿੰਦੇ ਸਾਡਾ ਕੁਝ ਨਹੀਂ ਕਰ ਸਕਦਾ ਕੋਈ, ਗਵਰਨਮੈਂਟ ਆ ਸਰ ਤਾਂ ਕਰਕੇ ਉਹਨਾਂ ਦਾ ਕੋਈ ਕੁਝ ਕਰ ਨਹੀਂ ਸਕਦਾ। ਮੈਂ ਹਾਰ ਨਹੀਂ ਮੰਨਦੀ, ਮੈਂ ਉੱਥੇ ਜਿੰਨਾ ਮੈਥੋਂ ਹੋ ਸਕਿਆ ਨਾ ਮੈਂ ਕਰੂੰਗੀ ਜ਼ਰੂਰ। ਮੈਨੂੰ ਉੱਥੇ ਏਮਸ ਦੇ ਗੇਟ ਤੇ ਚਾਹੇ ਕੱਲੀ ਨੂੰ ਬੈਠਣਾ ਪਵੇ, ਮੈਂ ਉੱਥੇ ਵੀ ਬੈਠੂੰਗੀ ਜੇ ਮੈਨੂੰ ਇਨਸਾਫ ਨਾ ਮਿਲਿਆ। ਮੈਨੂੰ ਕਿਤੇ ਹੋਪ ਨਾ ਦਿਸੀ ਨਾ ਤਾਂ ਡੈਫੀਨਿਟਲੀ ਆਈ ਵਿਲ ਡਾਈ, ਆਈ ਵਿਲ ਸੁਸਾਈਡ ਡੈਫੀਨਿਟਲੀ। ਮੈਂ ਕੈਮਰੇ ਦੇ ਸਾਹਮਣੇ ਕਹਿਣੀ ਹੈ ਕਿਉਂਕਿ ਮੈਂ ਬਹੁਤ ਜ਼ਿਆਦਾ ਡਿਸਟਰਬ ਹੈ ਇਸ ਟਾਈਮ। ਸਤਿ ਸ਼੍ਰੀ ਅਕਾਲ ਜੀ, ਮੈਂ ਰਤਨਦੀਪ ਸਿੰਘ ਧਾਲੀਵਾਲ ਬਠਿੰਡੇ ਦੇ ਪ੍ਰੈਸ ਕਲੱਬ 'ਚ ਮੌਜੂਦ ਹਾਂ ਤੇ ਇੱਥੇ ਹੁਣੇ ਇੱਕ ਮਾਮਲਾ ਸਾਹਮਣੇ ਆਇਆ ਹੈਗਾ। ਹਾਲਾਂਕਿ ਇਹ ਮਾਮਲਾ ਬਹੁਤ ਦਿਨਾਂ ਤੋਂ ਹਾਈਲਾਈਟ ਆ। ਪਹਿਲਾਂ ਵੀ ਇੱਕ ਨੌਜਵਾਨ ਧੀ ਦਾ ਸਾਨੂੰ ਫੋਨ ਆਉਂਦਾ ਗਾ, ਉਸ ਦੇ ਮੁਤਾਬਕ ਵੀ ਉਹ ਜਿਹੜਾ ਏਮਸ ਬਠਿੰਡਾ ਹੈਗਾ ਇੱਕ ਵੱਡਾ ਹਸਪਤਾਲ ਆ, ਸੈਂਟਰ ਗਵਰਨਮੈਂਟ ਵੱਲੋਂ ਇੱਕ ਵੱਡਾ ਹਸਪਤਾਲ ਬਠਿੰਡੇ ਨੂੰ ਦਿੱਤਾ ਗਿਆ ਤਾਂ ਬਹੁਤ ਸਾਰੇ ਜ਼ਿਲ੍ਹਿਆਂ ਨੂੰ ਜਾਂ ਬਹੁਤ ਸਾਰੇ ਨਾਲ ਲੱਗਦੇ ਜਿਹੜੇ ਸੂਬੇ ਆ, ਖਾਸ ਕਰਕੇ ਹਰਿਆਣੇ ਤੇ ਰਾਜਸਥਾਨ ਨੂੰ ਚੰਗੀਆਂ ਸਿਹਤ ਸੁਵਿਧਾਵਾਂ ਮਿਲ ਰਹੀਆਂ ਨੇ। ਪਰ ਉਸ ਲੜਕੀ ਦਾ ਆਪਰੇਸ਼ਨ ਹੁੰਦਾ ਗਾ, ਉੱਥੇ ਹੀ ਜੌਬ ਕਰਦੀ ਹੈ ਐਜ਼ ਆ ਕਲਰਕ, ਤੇ ਆਪਰੇਸ਼ਨ ਤੋਂ ਬਾਅਦ ਉਸ ਦਾ ਜ਼ਿੰਦਗੀ ਜਾਂ ਉਸ ਦੇ ਜਿਹੜਾ ਡੇਲੀ ਦਾ ਰੋਜ਼ਮਰਾ ਦਾ ਕੰਮ ਆ ਉਹ ਕਿਵੇਂ ਬਦਲ ਜਾਂਦਾ ਗਾ। ਇੱਕ ਹੱਡ ਬੀਤੀ ਆ ਉਹ ਵੀ ਤੁਹਾਨੂੰ ਦੱਸਾਂਗੇ, ਤੇ ਕਿਹੋ ਜਿਹੀ ਲਾਪਰਵਾਹੀ ਕੀਤੀ ਗਈ ਡਾਕਟਰਾਂ ਵੱਲੋਂ ਹੋਈ ਆ ਜਾਂ ਕਿਸੇ ਹੋਰ ਵੱਲੋਂ ਉਹ ਵੀ ਤੁਹਾਨੂੰ ਦੱਸਾਂਗੇ। ਮੇਰੇ ਨਾਲ ਮੌਜੂਦ ਰਹਿਣਗੇ ਸਿਮਰਨਜੀਤ ਕੌਰ ਤੇ ਉਹਨਾਂ ਦੇ ਮਾਤਾ ਜੀ। ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਸਾਰੀ ਗੱਲ ਕੀ ਹੋਈ ਆ ਥੋੜਾ ਜਿਹਾ ਦਰਸ਼ਕਾਂ ਨੂੰ ਦੱਸ ਦਿਓ ਵੀ ਅਸਲ ਦੇ ਵਿੱਚ ਕਹਾਣੀ ਕੀ ਹੋਈ ਆ, ਵੀ ਜਿਹੜਾ ਤੁਹਾਡਾ ਕੂਹਣੀ ਦਾ ਆਪਰੇਸ਼ਨ ਹੋਇਆਗਾ ਵੀ ਇਹ ਕਿਉਂ ਕਰਵਾਉਣਾ ਪਿਆ, ਕੀ ਦਿੱਕਤ ਆਈ ਸੀ? ਸਰ ਐਕਚੁਅਲੀ ਮੇਰਾ ਐਕਸੀਡੈਂਟ ਹੋ ਗਿਆ ਸੀਗਾ 13 ਮਾਰਚ ਨੂੰ। ਮੈਂ ਡਿਊਟੀ ਜਾ ਰਹੀ ਸੀਗੀ ਜੀ, ਤੇ ਉਸ ਤੋਂ ਬਾਅਦ ਸਰ 15 ਨੂੰ ਉੱਥੇ ਮੈਂ ਐਡਮਿਟ ਹੋ ਕੇ ਤੇ 17 ਨੂੰ ਮੇਰਾ ਜਿਹੜਾ ਹੈਗਾ ਆਪਰੇਸ਼ਨ ਹੋਇਆ ਸੀਗਾ। ਆਪਰੇਸ਼ਨ ਤੋਂ ਬਾਅਦ ਪਲਸਟਰ ਓਪਨ ਹੋਇਆ ਤੇ ਉਸ ਤੋਂ ਬਾਅਦ ਕੋਈ ਮੂਵਮੈਂਟ ਨਹੀਂ ਸੀਗੀ। ਤਾਂ ਡਾਕਟਰ ਕਹਿੰਦੇ ਕਿ ਸਟਿਫਨੈਸ ਜ਼ਿਆਦਾ ਆ ਗਈ ਹੈ ਤੇ ਤੁਸੀਂ ਕੰਟੀਨਿਊ ਫਿਜ਼ੀਓ ਲੈਂਦੇ ਰਹੋ। ਮੈਂ ਕੰਟੀਨਿਊ ਫਿਜ਼ੀਓ ਲੈਂਦੀ ਰਹੀ, ਬਟ ਮੂਵਮੈਂਟ ਆ ਵਾਲੀ ਜਿਹੜੀ ਕਹਾਂ ਮੈਂ ਆ ਮੂਵਮੈਂਟ ਬਿਲਕੁਲ ਹੀ ਸਟਾਰਟਿੰਗ ਤੋਂ ਨਹੀਂ ਹੈਗੀ ਆ ਮੂਵਮੈਂਟ। ਤੇ ਮੈਂ ਡਾਕਟਰ ਨੂੰ ਦੱਸਿਆ ਕਿ ਮਤਲਬ ਬਿਲਕੁਲ ਹੀ ਹੱਥ ਸਿੱਧਾ ਨਹੀਂ ਹੋ ਰਿਹਾ, ਮੇਰਾ ਮੂਵਮੈਂਟ ਬਿਲਕੁਲ ਵੀ ਨਹੀਂ ਹੈਗੀ ਜੀ। ਤੇ ਉਸ ਤੋਂ ਬਾਅਦ ਉਹ ਕਹਿੰਦੇ ਕੋਈ ਗੱਲ ਨਹੀਂ, ਫਿਜ਼ੀਓ ਕਰਾਉਂਦੇ ਰਹੋ, ਪਹਿਲਾਂ ਤੁਸੀਂ ਨਾ ਕਹਿੰਦੇ ਆ ਚੀਜ਼ ਇਹਨੂੰ ਸਿੱਧਾ ਕਰੋ ਫੇਰ ਇਹ ਸਿੱਧੀ ਹੋਊਗੀ। ਪਰ ਇਹ ਐਵੇਂ ਨਹੀਂ ਹੋ ਰਹੀ ਸਰ, ਇੱਥੇ ਹੀ ਖੜੀ ਹੈ ਇਹ। ਮੰਨ ਕੇ ਚਲੋ ਤੁਹਾਡਾ ਕੱਲਾ ਹੱਥ ਮੂਵਮੈਂਟ ਕਰਦਾ, ਕੋਈ ਨਹੀਂ ਮੂਵਮੈਂਟ ਕਰਦਾ। ਜੀ ਇਹ ਇੱਥੇ ਹੀ ਖੜੀ ਹੈ ਸਰ। ਤੇ ਉਸ ਤੋਂ ਬਾਅਦ ਡਾਕਟਰਸ ਨਾਲ ਗੱਲ ਕੀਤੀ, ਉੱਥੇ ਡਾਕਟਰ ਗਗਨ ਨੂੰ ਵੀ ਦਿਖਾਇਆ। ਡਾਕਟਰ ਗਗਨ ਨੇ ਕਹਿੰਦੇ ਜੂਨ ਦੇ ਵਿੱਚ ਦੁਬਾਰਾ ਮੈਂ ਕੰਸਲਟ ਕੀਤਾ ਸੀਗਾ ਤੇ ਸਰ ਕਹਿੰਦੇ ਕਿ ਤੁਸੀਂ ਨਾ ਐਂ ਕਰੋ, ਇੱਕ ਵਾਰੀ ਹੋਰ ਕਰਾਉਂਦੇ ਰਹੋ, ਮਤਲਬ ਮਹੀਨਾ ਹੋਰ ਕਰਾਓ ਤੇ ਉਸ ਤੋਂ ਬਾਅਦ ਇੱਥੇ ਨਾ ਤੁਹਾਡੇ ਇੰਜੈਕਸ਼ਨ ਲਾ ਕੇ ਇਹਨਾਂ ਨੂੰ ਸਿੱਧੀ ਕਰ ਦਾਂਗੇ ਫੋਰਸਫੁਲੀ। ਤਾਂ ਮੈਂ ਫਿਰ ਵੀ ਉਹ ਚੀਜ਼ ਤੋਂ ਨਾ ਮੈਨੂੰ ਡਰ ਲੱਗਿਆ। ਮੈਂ ਬਾਅਦ ਡਾਕਟਰਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਇਹ ਕਹਿੰਦੇ ਜੇ ਤੁਸੀਂ ਐਂ ਕਰੋਗੇ ਨਾ ਤਾਂ ਹੱਡੀ ਟੁੱਟ ਜੂਗੀ, ਬਿਕਾਜ਼ ਬਹੁਤ ਜ਼ਿਆਦਾ ਕਮਜ਼ੋਰ ਹੋ ਗਈ ਹੈ ਬੋਨ, ਦੋਨਾਂ ਦੇ ਵਿੱਚ ਬਹੁਤ ਡਿਫਰੈਂਸ ਹੈ। ਤੇ ਬਾਹਰ ਦੇ ਡਾਕਟਰਾਂ ਨਾਲ ਗੱਲ ਕੀਤੀ ਜਦੋਂ, ਉਹ ਕਹਿੰਦੇ ਆਪਰੇਸ਼ਨ ਦੁਬਾਰਾ ਹੋਊਗਾ, ਪਰ ਇਹਦੇ ਵਿੱਚ ਰਿਪਲੇਸਮੈਂਟ ਵੀ ਹੋ ਸਕਦੀ ਹੈ। ਠੀਕ ਹੈ ਜੀ, ਹੱਡੀ ਕੱਟਣੀ ਪਊਗੀ, ਹੱਡੀ ਕੱਟ ਕੇ ਫਿਰ ਦੁਬਾਰਾ ਸਹੀ ਕਰਕੇ ਲਾਉਣੀ ਪਊਗੀ। ਸਕਰੂ ਵਗੈਰਾ ਜਿਹੜੇ ਵੀ ਪਾਏ ਆ ਉਹ ਕੱਢਣੇ ਪੈਣਗੇ ਤੇ ਇਹਨਾਂ ਦਾ ਖਰਚਾ ਬਹੁਤ ਦੱਸਿਆ ਸਰ। ਉਹਨੇ ਪੈਸੇ ਮੇਰੇ ਕੋਲ ਹੈ ਨਹੀਂ ਵੀ ਮੈਂ ਇੰਨਾ ਖਰਚਾ ਚੱਲ ਸਕਾਂ ਸਰ। ਜੇ ਮੈਂ ਇੰਨਾ ਖਰਚਾ ਚੱਲਣ ਵਾਲੀ ਹੁੰਦੀ ਤਾਂ ਫਿਰ ਸਰ ਮੈਂ 10-12 ਹਜ਼ਾਰ ਦੀ ਨੌਕਰੀ ਤੇ ਕਿਉਂ ਲੱਗਦੀ। ਤੇ ਫਿਰ ਮੈਂ ਡਾਕਟਰ ਤਰੁਣ ਨੇ ਇਸ ਬਾਰੇ ਜਾ ਕੇ ਗੱਲ ਕੀਤੀ, ਜੋ ਹੈੱਡ ਆਫ ਡਿਪਾਰਟਮੈਂਟ ਨੇ ਆਰਥੋ ਦੇ, ਕਿਉਂਕਿ ਡਾਕਟਰ ਨਿਲੇਸ਼ ਦੇ ਅੰਡਰ ਇਹ ਕੇਸ ਸੀਗਾ ਤੇ ਜਿਹੜਾ ਕੇਸ ਕੀਤਾ ਸੀਗਾ ਉਹ ਐਸਆਰ ਹੁੰਦੇ ਆ ਸਾਡੇ, ਅਸਿਸਟ ਕਰਦੇ ਆ ਡਾਕਟਰ ਨੂੰ। ਉਹਨਾਂ ਨੇ ਜਿਹੜਾ ਆਪਰੇਸ਼ਨ ਕੀਤਾ ਸੀ ਰਾਤ ਨੂੰ ਐਮਰਜੈਂਸੀ ਓਟੀ ਦੇ ਵਿੱਚ। ਤੇ ਮੈਂ ਸਰ ਨੂੰ ਕਿਹਾ ਕਿ ਸਰ ਐਵੇਂ ਕਰਕੇ ਆ ਗੱਲ ਹੋ ਗਈ ਹੈ। ਉਹ ਕਹਿੰਦੇ ਦੇਖੋ ਮੈਂ ਤਾਂ ਨਾ ਜੇ ਠੀਕ ਕਰਾਉਣਾ ਤਾਂ ਉਹ ਕਰ ਸਕਦਾ, ਹੋਰ ਮੈਂ ਕੁਝ ਨਹੀਂ ਕਰਦਾ। ਮੈਂ ਕਿਹਾ ਸਰ ਵੀ ਤੁਸੀਂ ਮੇਰੇ ਹਸਬੰਡ ਨਾਲ ਗਏ ਸੀ, ਉਹ ਕਹਿੰਦੇ ਕਿ ਸਰ ਤੁਸੀਂ ਇੰਨਾ ਤਾਂ ਕਰ ਦਿਓ ਵੀ ਤੁਸੀਂ ਆਪਣੇ ਸਟਾਫ ਨੂੰ ਪੁੱਛ ਤਾਂ ਲਓ ਵੀ ਇਹ ਅਣਗਹਿਲੀ ਕਿਵੇਂ ਕੀਤੀ ਹੈਗੀ ਹਨਾ, ਵੀ ਇਹ ਕਿਵੇਂ ਕੀਤਾ। ਕਹਿੰਦੇ ਇਹ ਨਹੀਂ ਮੈਂ ਕੁਝ ਕਰਦਾ, ਜੇ ਤੁਸੀਂ ਨਹੀਂ ਕਹਿੰਦਾ ਬਾਅਦ ਚ ਕਹਿੰਦਾ ਮੈਂ ਤਾਂ ਕਰਦਾ ਹੀ ਨਹੀਂ, ਜਾਓ ਜਿੱਥੇ ਮਰਜ਼ੀ ਜਾਵੜੋ। ਮੈਂ ਕਿਹਾ ਸਰ ਪ੍ਰੋਬਲਮ ਹੈਗੀ ਹੈ। ਉਦੋਂ ਇਹਨਾਂ ਨੇ ਦੇਖਿਆ, ਜਦੋਂ ਮੈਂ ਦੱਸਿਆ ਨਾ ਵੀ ਉਦੋਂ ਐਂ ਕੀਤਾ ਤਾਂ ਮੈਨੂੰ ਕਹਿੰਦੇ ਜੇ ਤੁਸੀਂ ਇੰਨੇ ਆਪ ਆਰਥੋਪੈਡਿਸ਼ਨ ਹੋ ਨਾ ਤਾਂ ਆਪ ਹੀ ਕਰ ਲਓ ਆਪਦਾ ਇਲਾਜ, ਮੈਂ ਤਾਂ ਕਰਦਾ ਨਹੀਂ।
ਉਸ ਤੋਂ ਬਾਅਦ ਅਸੀਂ ਆ ਗਏ, ਉਸ ਤੋਂ ਬਾਅਦ ਮੈਂ ਆਫਿਸ ਆ ਗਈ, ਆਪਦੇ ਸੀਨੀਅਰ ਨਾਲ ਜਿਹੜੇ ਐਚਓਡੀ ਹੈਗੇ ਸਾਡੇ ਡਾਕਟਰ ਅਲਤਾਫ ਮੀਰ ਜਿਨ੍ਹਾਂ ਦੇ ਕੰਮ ਕਰਦੀ ਅੰਡਰ ਮੈਂ, ਉਹਨਾਂ ਨਾਲ ਗੱਲ ਕੀਤੀ ਤੇ ਮੈਂ ਲੈਟਰ ਸਰ ਤਿਆਰ ਕਰ ਰੱਖਿਆ ਸੀ ਕੰਪਲੇਂਟ ਲਈ, ਕਿਉਂਕਿ ਸਾਡੇ ਕੁਝ ਵੀ ਹੁੰਦਾ ਨਾ ਤਾਂ ਐਮਐਸ ਆਫਿਸ ਰਿਪੋਰਟ ਕਰਨੀ ਹੁੰਦੀ ਹੈ। ਐਮਐਸ ਆਫਿਸ ਰਿਪੋਰਟ ਕੀਤੀ ਤਾਂ ਸਰ ਉੱਥੇ ਵੀ ਜਦੋਂ ਮੈਂ ਸਰ ਨੇ ਦੇਖ ਲਿਆ ਵੀ ਫਾਈਲ ਭੇਜੀ ਹੈ ਤਾਂ ਸਰ ਨੇ ਫਾਈਲ ਵਾਪਸ ਮੰਗਾ ਲਈ ਇਮੀਡੀਏਟਲੀ। ਕਹਿੰਦੇ ਸਿਮਰਨ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਕਹਿੰਦਾ ਸਾਡੇ ਪਹਿਲੇ ਸੇਫਟੀ ਮੈਜ਼ਰ ਹੁੰਦੇ ਆ ਵੀ ਕੁਝ ਨਹੀਂ ਹੋਣਾ, ਕਹਿੰਦੇ ਫਾਈਲ ਉਹ ਵਾਪਸ ਮੰਗਵਾ ਲਈ। ਕਹਿੰਦੇ ਬੱਚੇ ਦੇਖੋ, ਮੈਂ ਕਿਹਾ ਸਰ ਮੇਰੀ ਨੌਕਰੀ ਜਾਊਗੀ, ਕਿਉਂਕਿ ਸਰ ਇੰਨੀ ਛੁੱਟੀ ਉਹ ਦਿੰਦੇ ਨਹੀਂਗੇ ਤੇ ਮੇਰੀ ਨੌਕਰੀ ਜਾਊਗੀ। ਤੇ ਕਹਿੰਦੇ ਨੌਕਰੀ ਦੀ ਸ਼ੋਰਟੀ ਮੈਂ ਦਿੰਨਾ, ਮੈਨੂੰ ਆਪਦੇ ਬੱਚੇ ਦੀ ਕਸਮ ਲੱਗੇ, ਉਹਨਾਂ ਦਾ ਬੇਟਾ ਅਰਹਾਨ ਮੀਰ ਕਸਮ ਹੈ, ਕਹਿੰਦੇ ਮੈਨੂੰ ਉਹਦੀ ਥੋੜੀ ਨੌਕਰੀ ਨੂੰ ਮੈਂ ਕਹਿਣਾਗਾ ਵੀ ਨਹੀਂ ਜਾਂਦੀ, ਛੁੱਟੀਆਂ ਵੀ ਮੈਂ ਦਊਂਗਾ ਤੁਹਾਨੂੰ, ਠੀਕ ਹੈ ESIC ਦੇ ਥਰੂ, ਉਹਨਾਂ ਨੂੰ ਪਤਾ ਮੈਂ ਛੁੱਟੀ ਲੈਣੀ ਸੀ। ਕਹਿੰਦੇ ਕੋਈ ਨਾ ਮੈਂ ਅਪਰੂਵ ਕਰ ਦੂੰਗਾ, ਮੈਂ ਆਪੇ ਮੈਨੇਜ ਕਰੂੰਗਾ, ਤੁਸੀਂ ਕੰਪਲੇਨ ਨਾ ਕਰੋ, ਮੈਂ ਲੱਖ ਰੁਪਏ ਦਿੰਦਾ ਤੁਹਾਨੂੰ ਇਲਾਜ ਲਈ। ਤੇ ਮੈਂ ਐਜ਼ ਅ ਸੀਨੀਅਰ ਪੈਸੇ ਨਹੀਂ ਮੈਂ ਲੈਤੇ ਸਰ ਉਹਨਾਂ ਤੋਂ, ਕੋਈ ਵੀ ਪੇਮੈਂਟ ਨਹੀਂ ਉਹਨਾਂ ਤੋਂ ਮੈਂ ਲੈਤੀ ਐਜ਼ ਅ ਸੀਨੀਅਰ, ਕਿਉਂਕਿ 1 ਸਾਲ ਹੋ ਗਿਆ ਸੀ ਮੈਨੂੰ ਡਿਊਟੀ ਕਰਦੀ ਨੂੰ ਤੇ ਮੈਂ ਉਹਨਾਂ ਦੀ ਰਿਸਪੈਕਟ ਕਰਕੇ ਨਾ ਉਦੋਂ ਕਿਹਾ ਚਲੋ ਠੀਕ ਹੈ ਸਰ। ਬਾਅਦ ਚ ਸਰ ਮੈਂ ਡਾਕਟਰਸ ਨੂੰ ਮਿਲਦੀ ਰਹੀ, ਮੋਹਾਲੀ ਕੰਟੈਕਟ ਕੀਤਾ, ਕਾਫੀ ਹੋਰ ਡਾਕਟਰਸ ਨੂੰ ਮਿਲੀ ਤੇ ਸਰ ਕੋਈ ਹੱਲ ਹੀ ਨਹੀਂ ਮਿਲ ਰਿਹਾ ਸੀ। ਫਿਰ ਮੈਂ 21 ਤਰੀਕ ਨੂੰ ਫੇਰ ਕੰਪਲੇਨ ਕੀਤੀ ਐਮਐਸ ਆਫਿਸ, ਕੋਈ ਉੱਥੇ ਉਹਨਾਂ ਨੇ ਮੇਰੀ ਸੁਣੀ ਨਹੀਂ। ਫਿਰ 28 ਨੂੰ ਸਰ ਮੈਂ ਬਾਏ ਮੇਲ ਕੀਤਾ ਉਹਨਾਂ ਨੂੰ, DDA ਡਾਇਰੈਕਟਰ ਐਮਐਸ ਆਫਿਸ ਤਿੰਨਾਂ ਨੂੰ ਮੇਲ ਭੇਜੀ। ਉਹਦਾ ਰਿਜ਼ਲਟ ਇਹ ਨਿਕਲਿਆ ਸਰ ਕਿ ਸੈਟਰਡੇ ਤੋਂ ਮੰਡੇ ਨੂੰ ਮੈਂ ਛੁੱਟੀ ਲੈਤੀ ਸੀ ਬਿਕਾਜ਼ ਇਹਦੇ ਚ ਇਨਫੈਕਸ਼ਨ ਜ਼ਿਆਦਾ ਹੋ ਗਈ ਹੈ ਤੇ ਉਹਦਾ ਟ੍ਰੀਟਮੈਂਟ ਸਰ ਨੂੰ ਪਤਾ, ਅਲਤਾਫ ਸਰ ਨੂੰ, ਮੈਂ ਛੁੱਟੀ ਲੈ ਲਈ। ਉਹਨਾਂ ਨੇ ਕੀ ਕੀਤਾ ਸਰ, ਛੁੱਟੀ ਦੇ ਡਿਊਰੇਸ਼ਨ ਦੇ ਵਿੱਚ ਮੈਨੂੰ ਕਾਲ ਕੀਤੀ, ਉਹਨਾਂ ਦੇ ਜਿਹੜਾ ਹੈਗਾ IPD ਇੰਚਾਰਜ ਮੁੰਡਾ ਨਰਸਿੰਗ ਆਫੀਸਰ ਹੈ ਅਸ਼ਵਨੀ ਤਿਵਾਰੀ, ਮੈਨੂੰ ਫੋਨ ਕਰਕੇ ਕਹਿੰਦਾ ਕਿ ਤੁਹਾਨੂੰ ਰਿਲੀਵ ਕਰਤਾ ਜੌਬ ਤੋਂ। ਮੈਂ ਪੁੱਛਿਆ ਸਰ ਕਿਉਂ? ਕਹਿੰਦੇ ਇਹ ਨਹੀਂ ਮੈਨੂੰ ਪਤਾ, ਤੁਸੀਂ HOD ਨਾਲ ਗੱਲ ਕਰ ਲਓ। ਮੈਂ HOD ਨੂੰ ਇਮੀਡੀਏਟ ਕਾਲ ਕੀਤਾ, HOD ਨੇ ਮੇਰੀ ਕੋਈ ਕਾਲ ਨਹੀਂ ਅਟੈਂਡ ਕੀਤੀ। ਮੈਂ ਫਿਰ ਕੀ ਕੀਤਾ, ਆਫਿਸ ਚਲੀ ਗਈ 29 ਨੂੰ, 29-30 ਨੂੰ ਮੇਰੇ ਉੱਤੇ ਡਿਊਟੀ ਪਈ ਹੈ ਤੇ ਉੱਥੋਂ ਉਹਨਾਂ ਨੇ ਗਾਰਡ ਭੇਜਤੇ ਆਫਿਸ ਦੇ ਵਿੱਚ। ਮੈਂ 4th ਫਲੋਰ ਤੇ ਉੱਥੇ ਬੈਠਦੀ, ਉੱਥੇ ਮੇਰਾ ਆਫਿਸ ਹੈ ਤੇ ਉਹਨਾਂ ਨੇ ਗਾਰਡ ਭੇਜਤੇ 3 ਗਾਰਡ, ਕਹਿੰਦੇ ਵਾਰਨ ਕਰਦੇ ਆ ਤੁਹਾਨੂੰ, ਤੁਸੀਂ ਸਰ ਨੂੰ ਨਹੀਂ ਮਿਲਣਾ, ਡਾਕਟਰ ਅਲਤਾਫ ਨੂੰ ਨਹੀਂ ਮਿਲਣਾ। ਮੈਂ ਕਿਹਾ ਜੀ ਕਿਉਂ? ਮੈਨੂੰ ਟਰਮੀਨੇਸ਼ਨ ਲੈਟਰ ਦਿਓ, ਮੈਨੂੰ ਦੱਸੋ ਵੀ ਮੇਰੀ ਗਲਤੀ ਕੀ ਹੈ। ਤੇ ਉਸ ਤੋਂ ਬਾਅਦ ਵੀ ਸਰ ਇਹ ਮੈਂ 2 ਦਿਨ ਜਾਂਦੀ ਰਹੀ, ਦੋਨੇ ਦਿਨ ਉਹਨਾਂ ਨੇ ਇਹ ਕੀਤਾ, ਦੂਸਰੇ ਦਿਨ ਫੇਰ ਉਹਨਾਂ ਨੇ ਭੇਜੇ ਬੰਦੇ, ਕਹਿੰਦੇ ਜੇ ਐ ਨਹੀਂ ਕਰੋਗੇ ਤਾਂ ਤੁਹਾਨੂੰ ਧੱਕੇ ਨਾਲ ਬਾਹਰ ਸਿੱਟ ਦਾਂਗੇ, ਅਸੀਂ ਗਾਰਡ ਬੁਲਾਵਾਂਗੇ, ਤੁਹਾਡਾ ਸਮਾਨ ਬਾਹਰ ਸਿੱਟ ਦਾਂਗੇ। ਉਸ ਤੋਂ ਬਾਅਦ ਸਰ ਫਿਰ ਮੈਂ ਕੰਟੈਕਟ ਕੀਤਾ ਮੀਡੀਆ ਵਾਲਿਆਂ ਨਾਲ ਕਿ ਸਰ ਐਵੇਂ ਕਰਕੇ ਤੁਸੀਂ ਮੇਰੀ ਹੈਲਪ ਕਰੋ, ਕਿਉਂਕਿ ਸਰ ਤੁਸੀਂ ਦੇਖੋ ਵੀ ਇੱਕ ਤਾਂ ਮੇਰੀ ਬਾਂਹ ਖਰਾਬ ਹੋ ਗਈ, ਮੈਂ ਅਪਾਹਿਜ ਹੋ ਗਈ। ਬਾਹਰ ਦੇ ਡਾਕਟਰਾਂ ਕਹਿੰਦੇ ਆ ਕਿ ਅਸੀਂ ਸ਼ੋਰਿਟੀ ਨਹੀਂ ਦਿੰਦੇ ਵੀ ਠੀਕ ਹੋਊਗੀ, 50% ਚਾਂਸਸ ਹੋ ਸਕਦੇ ਆ ਵੀ ਤੁਹਾਡੇ ਫੰਕਸ਼ਨ ਕਰਨ ਲੱਗ ਜੂਗੀ, ਥੋੜੇ ਬਹੁਤ ਤੁਹਾਡੇ ਜਿਹੜੇ ਡੇਲੀ ਰੂਟੀਨ ਦੇ ਕੰਮ ਆ ਥੋੜੇ ਬਹੁਤ ਉਹ ਹੋ ਸਕਦੇ ਆ। ਜੇ ਤੁਸੀਂ ਕਹੋ ਠੀਕ ਹੁੰਦੀ, ਠੀਕ ਨਹੀਂ ਹੁੰਦੀ ਇਹ। ਈਵਨ ਇੱਕ ਇੱਥੋਂ ਦੇ ਹਸਪੀਟਲ ਨੇ ਤਾਂ ਮੈਨੂੰ ਐਂ ਵੀ ਕਹਿਤਾ ਵੀ ਐਂ ਹੀ ਰਹੂਗੇ, ਆਪਰੇਸ਼ਨ ਨਾ ਕਰਾਓ, ਛੇੜੋ ਨਾ ਇਹਨੂੰ, ਇਹ ਹੋਰ ਖਰਾਬ ਹੋ ਜੂਗੀ। ਸਰ ਮੇਰੀ ਨੌਕਰੀ ਵੀ ਗਈ ਤੇ ਮੈਂ ਅਪਾਹਿਜ ਵੀ ਹੋ ਗਈ। ਇਹ ਇਨਸਾਫ ਹੈ ਸਰ ਉਹਨਾਂ ਦਾ ਵੀ ਇੱਕ ਬੰਦਾ ਤੁਹਾਡੇ ਤੋਂ ਰਿਕੁਐਸਟ ਕਰ ਰਿਹਾ ਤੇ ਤੁਸੀਂ ਉਹਨੂੰ ਜੌਬ ਤੋਂ ਕੱਢ ਰਹੇ ਹੋ, ਉਹਦੀ ਰੋਜੀ ਰੋਟੀ 'ਚ ਵੀ ਲੱਤ ਮਾਰਤੀ। ਤੁਸੀਂ ਦੱਸੋ ਸਰ, ਹੁਣ ਜੋ ਤੁਸੀਂ ਰਾਬਤਾ ਰੂਬਤਾ ਕਰਦੇ ਹੋ ਕੋਈ ਜਵਾਬ ਨਹੀਂ ਕੋਈ ਸਰ ਮੇਰੀ ਕੋਈ ਗੱਲ ਹੀ ਨਹੀਂ ਸੁਣਦਾ ਸਰ। 28 ਨੂੰ ਮੈਂ ਫਿਰ DDA ਨੂੰ ਇੱਕ ਲੈਟਰ ਦੇ ਕੇ ਆਈ ਹਾਂ, ਕੁਛ ਨਹੀਂ ਕੀਤੀ ਉਹਦੇ ਵਿੱਚ, ਉਹਦੇ ਮੇਰੇ ਕੋਲ ਰਿਸੀਵਿੰਗਸ ਹੈਗੀਆਂ ਸਾਰੀਆਂ। ਫਿਰ ਮੈਂ 30 ਨੂੰ ਮੇਲ ਪਾਈ, ਜਸਟ ਜਦੋਂ ਮੇਲ ਪਾਈ ਹੈ ਨਾ 15 ਮਿੰਟਾਂ ਬਾਅਦ ਹੀ ਗਾਰਡਸ ਆ ਗਏ। ਜਦੋਂ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਉਹ ਕਹਿੰਦੇ ਬਾਹਰ ਸਮਾਨ ਸਟਵਾ ਲਾਂਗੇ, ਮੈਂ ਕਿਹਾ ਅੱਛਾ ਉਹਨਾਂ ਦੀ ਗੱਲ, ਡਾਕਟਰ ਅਲਤਾਫ ਨੇ ਉਹਨਾਂ ਨੂੰ ਕਿਹਾ ਕਿ ਮੇਰੇ ਕੰਮ 'ਚ ਨਾ ਵਿਘਨ ਪੈ ਰਿਹਾ ਤੇ ਉਹਨੂੰ ਕਹੋ ਉੱਥੋਂ ਚਲੀ ਜਾਵੇ। ਤੇ ਉਹ ਕਹਿੰਦੇ ਮੈਡਮ ਅਸੀਂ ਤਾਂ ਮਜਬੂਰ ਹਾਂ, ਸਾਡੀ ਡਿਊਟੀ ਹੈ। ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਬਾਹਰ ਸਟਵਾ ਦਿਓ ਸਮਾਨ, ਲੇਡੀਜ਼ ਗਾਰਡ ਨੂੰ ਲੈ ਜਾਓ ਜੇ ਨਹੀਂ ਮੰਨਦੇ ਤਾਂ। ਮੈਂ ਕਿਹਾ ਵੀ ਮੈਨੂੰ ਟਰਮੀਨੇਸ਼ਨ ਦਿਓ, ਮੈਂ ਜਾਊਂਗੀ, ਮੈਨੂੰ ਰੀਜ਼ਨ ਦੇ ਦਿਓ। ਰੀਜ਼ਨ ਉਹਨਾਂ ਨੇ ਬਾਅਦ ਚੋਂ ਦਿੱਤਾ, ਰੀਜ਼ਨ ਇਹ ਦਿੱਤਾ ਕਿ ਛੁੱਟੀਆਂ ਕਰਦੀ ਹੈ। ਹੁਣ ਤੁਸੀਂ ਸਰ ਦੱਸੋ ਹਸਪੀਟਲ 'ਚ ਬੈਠੀ ਮੈਂ ਤਾਂ ਕਿਵੇਂ ਇਲਾਜ ਕਰਵਾ ਲਾਂ, ਮੈਨੂੰ ਬਾਹਰ ਤਾਂ ਜਾਣਾ ਹੀ ਪਊਗਾ, ਛੁੱਟੀ ਤਾਂ ਸਰ ਲੈਣੀ ਪਊਗੀ। ਮੈਂ ਛੁੱਟੀ ਇਹ ਨਹੀਂ ਹੈਗਾ ਵੀ ਉਹਨਾਂ ਦੀ ਪਰਮਿਸ਼ਨ ਤੋਂ ਬਿਨਾਂ ਲੈਤੀ ਹੋਵੇ, ਓਫੀਸ਼ੀਅਲ ਪਰਮਿਸ਼ਨ ਲੈਤੀ ਹੋਈ ਆ, ਮੇਰੇ ਕੋਲ ਪਰਮਿਸ਼ਨ ਵੀ ਹੈਗੀ ਆ ਉਹਨਾਂ ਦੀ। ਤੇ ਉਸ ਤੋਂ ਬਾਅਦ ਵੀ ਬੰਦੇ ਐਂ ਕਰਨ ਵੀ ਤੁਹਾਨੂੰ ਜੌਬ ਤੋਂ ਕੱਢਦੇ ਆ, ਉੱਤੋਂ ਦੀ ਇਹ ਕਹਿੰਦੇ ਉਹਨਾਂ ਨੂੰ ਪਤਾ ਸਰ ਇਹ ਚੀਜ਼, ਕਹਿੰਦੇ ਸਾਡਾ ਕੁਝ ਨਹੀਂ ਕਰ ਸਕਦਾ ਕੋਈ, ਗਵਰਨਮੈਂਟ ਆ ਸਰ ਤਾਂ ਕਰਕੇ ਉਹਨਾਂ ਦਾ ਕੋਈ ਕੁਝ ਕਰ ਨਹੀਂ ਸਕਦਾ। ਅਸੀਂ ਆਮ ਲੋਕ ਆ, ਸਾਡੀ ਇੱਥੇ ਕੋਈ ਨਹੀਂ ਸੁਣੂਗਾ। ਮੈਨੂੰ ਇੰਨਾ ਕੁ ਤਾਂ ਭਰੋਸਾ ਸ਼ਾਇਦ ਕਿਤੇ ਨਾ ਕਿਤੇ ਤਾਂ ਮੇਰੀ ਗੱਲ ਸੁਣੀ ਜਾਊਗੀ, ਕਿਤੇ ਨਾ ਕਿਤੇ ਤਾਂ ਮੇਰਾ ਨਹੀਂ ਤਾਂ ਕਿਸੇ ਹੋਰ ਵਿਚਾਰੇ ਹੋਰ ਕਿਸੇ ਦਾ ਨਾ ਇਹੋ ਜਿਹਾ ਕੁਝ ਹੋਊਗਾ। ਮੇਰੀ ਰਿਕੁਐਸਟ ਹੈ ਆਰਥੋ ਡਿਪਾਰਟਮੈਂਟ 'ਚ ਜਾਣ ਤੋਂ ਪਹਿਲਾਂ ਸੋਚ ਲਿਓ, ਕਿਉਂਕਿ ਉੱਥੇ ਇਲਾਜ ਨਹੀਂ ਹੁੰਦਾ ਪ੍ਰੋਪਰ, ਉੱਥੇ ਕਿਸੇ ਦੀ ਸੁਣੀ ਨਹੀਂ ਜਾਂਦੀ। ਮੈਂ ਉਹਨਾਂ ਦਾ ਖੁਦ ਦਾ ਸਟਾਫ ਸੀ, ਮੇਰੀ ਨਹੀਂ ਸੁਣੀ ਗਈ ਤਾਂ ਤੁਸੀਂ ਤਾਂ ਫਿਰ ਵੀ ਕੀ ਕਰ ਲਓਗੇ? ਤੁਸੀਂ ਥੋੜੀ ਲੈਣਾ 'ਚ ਖੜਦੇ ਆ ਸਰ, ਉੱਥੇ 400 ਬੰਦਾ ਲੈਣਾ 'ਚ ਖੜਦਾ। ਤੁਸੀਂ ਦੇਖੋ ਉੱਥੇ ਜਾ ਕੇ ਆਰਥੋ 'ਚ ਡੇਲੀ ਲੜਾਈ ਹੁੰਦੀ ਹੈ। ਹੁਣ ਤੁਸੀਂ ਮੀਡੀਆ 'ਚ ਆਏ ਹੋ, ਹਾਂਜੀ, ਮਤਲਬ ਹੁਣ ਤੁਸੀਂ ਕੀ ਮੰਗ ਕਰ ਰਹੇ ਹੋ ਮੀਡੀਆ 'ਚ ਆ ਕੇ? ਸਰ ਇੱਕ ਤਾਂ ਦੇਖੋ ਲੱਖਾਂ ਰੁਪਏ ਦਾ ਖਰਚਾ ਮੈਂ ਨਹੀਂ ਕਰ ਸਕਦੀ, ਮੈਂ ਤੇ ਮੇਰੇ ਹਸਬੰਡ ਹੀ ਕਮਾਉਣ ਵਾਲੇ ਆ ਦੋਨੋਂ। ਮੇਰੇ ਫਾਦਰ ਸਾਹਿਬ ਬਿਮਾਰ ਰਹਿੰਦੇ ਆ, ਮੇਰੇ ਮੰਮਾ ਹੈਗੇ ਆ ਜਿਹੜੇ ਸੂਟ ਸਿਉਂਦੇ ਆ ਘਰੇ, ਠੀਕ ਹੈ ਜੀ।
ਤੇ ਮੇਰੇ ਕੋਲ ਇੰਨੇ ਪੈਸੇ ਹੈ ਨਹੀਂ ਵੀ ਮੈਂ ਉਹਦਾ ਇਲਾਜ ਕਰਾਵਾਂ। ਦੂਸਰਾ ਸਰ ਮੇਰਾ ਘਰ ਦਾ ਖਰਚਾ ਰੁਕ ਗਿਆ ਸਰ, ਹੁਣ ਸਾਰੀ ਰਿਸਪੌਂਸਿਬਿਲਿਟੀ ਮੇਰੇ ਹਸਬੰਡ ਇਕੱਲੇ ਮੈਨੇਜ ਕਰ ਰਹੇ ਆ, ਉਤੋਂ ਦੀ ਉਹਨਾਂ ਦੀ ਸਿਸਟਰ ਦੀ ਮੈਰਿਜ ਆ ਸਾਡੇ ਘਰ। ਹੁਣ ਸਰ ਉਹਦੇ ਕਰਕੇ ਸਾਨੂੰ ਮੇਰੀ ਬਾਂਹ ਰੁਕ ਗਈ, ਉਹਦੇ ਕਰਕੇ ਸਾਨੂੰ ਉਹ ਵੀ ਅੱਗੇ ਪਾਉਣਾ ਪਿਆ, ਠੀਕ ਹੈ। ਹੁਣ ਸਾਡੇ ਕੋਲ ਇੰਨਾ ਪੈਸਾ ਹੈ ਨਹੀਂ ਵੀ ਮੈਂ ਇਹਦੇ ਲੱਖਾਂ ਰੁਪਏ ਲਾ ਲਾਂ। ਤੇ ਹੁਣ ਤੁਸੀਂ ਦੱਸੋ ਕਿ ਸਰ ਮੇਰੇ ਕੋਲ ਹੋਰ ਆਪਸ਼ਨ ਕੀ ਹੈ? ਮੈਨੂੰ ਮੇਰੀ ਡਿਊਟੀ ਦੇ ਦੇਣ, ਠੀਕ ਹੈ ਜੀ, ਉਸ ਤੋਂ ਬਾਅਦ ਮੇਰਾ ਇਲਾਜ ਵੀ ਕਰਾਉਣਾ, ਉੱਥੋਂ ਮੈਂ ਇਲਾਜ ਨਹੀਂ ਕਰਾਉਣਾ ਸਰ। ਤੁਸੀਂ ਐਕਸ-ਰੇ ਦਿਖਾ ਸਕਦੇ ਹੋ ਕਿ ਜੀ ਬਿਲਕੁਲ। ਕਿੰਨੇ ਸਕਰੂ ਪਏ ਜੀ ਇੱਥੇ? ਸਰ ਇਹਦੇ ਵਿੱਚ 3 ਸਕਰੂ ਪਏ ਆ। ਤੇ ਸਰ ਜਿਹੜੀ ਤੁਸੀਂ ਆ ਜਿਹੜੀਆਂ ਤਾਰਾਂ ਜੀ ਕਲਿੱਪ ਦੇਖ ਰਹੇ ਹੋ ਨਾ, ਇਹ ਮੈਨੂੰ ਸਰ ਕਿਸੇ ਨੇ ਨਹੀਂ ਦੱਸਿਆ, ਮੈਂ ਉਹਨਾਂ ਨੂੰ ਸਪੈਸ਼ਲ ਪੁੱਛਿਆ ਵੀ ਕਲਿੱਪਸ ਕਾਦੇ ਆ, ਮੈਨੂੰ ਕਹਿੰਦੇ ਇਹ ਤਾਂ ਵੈਸੇ ਹੀ ਹੈ। ਪਰ ਹਾਂ ਡਾਕਟਰ ਤਰੁਣ ਨੇ ਮੈਨੂੰ ਇਹ ਦੱਸਿਆ, ਕਹਿੰਦੇ ਕੇ ਵਾਇਰ ਟੁੱਟ ਗਈ ਹੱਡੀ ਦੇ ਵਿੱਚ, ਕਿਉਂਕਿ ਉਹਨਾਂ ਨੇ ਪਹਿਲਾਂ ਕੇ ਵਾਇਰ ਟਰਾਈ ਕੀਤੀ, ਉਹਨਾਂ ਕਈ ਵਾਰ ਨਹੀਂ ਹੋਈ, ਤਾਂ ਉਸ ਤੋਂ ਬਾਅਦ ਸਰ ਉਹਨਾਂ ਨੇ ਫਿਰ ਸਕਰੂ ਇਨਸਰਟ ਕੀਤੇ। ਤੇ ਸਕਰੂ ਸਰ ਇਹ ਕਿੰਨੇ ਸਕਰੂ ਹੈ ਜੀ? ਤਿੰਨ ਹੈ? ਤਿੰਨ ਹੈ ਸਰ, ਇਹ ਦੋ ਇਧਰ ਆ ਤੇ ਇੱਕ ਆ ਸਟੀਲ ਦਾ ਵੱਡਾ ਸਕਰੂ ਹੈ। ਜਦੋਂ ਕਿ ਸਰ ਤੁਸੀਂ ਇਸ 'ਚ ਵੀ ਦੇਖ ਸਕਦੇ ਹੋ, ਇਹ ਨਾ ਬਾਹਰ ਹੈ ਤੇ ਬਹੁਤ ਮਤਲਬ ਪ੍ਰੋਬਲਮ ਦੇ ਰਿਹਾ ਮੈਨੂੰ, ਇੰਨਾ ਜ਼ਿਆਦਾ ਪੇਨ ਹੁੰਦਾ ਨਾ ਇਹਦਾ, ਬਹੁਤ ਜ਼ਿਆਦਾ ਪੇਨ ਹੋ ਰਹੀ ਹੈ, ਕਿਉਂਕਿ ਬਾਂਹ ਨਾ ਤਾਂ ਐ ਹੋ ਰਹੀ ਹੈ, ਬਸ ਇੱਥੇ ਹੀ ਰਹਿੰਦੀ ਹੈ, ਇਸੇ ਪੋਜੀਸ਼ਨ 'ਚ ਰਹਿ ਕੰਮ ਕੱਲਾ ਹੱਥ ਥੋੜਾ ਚੱਲ ਰਿਹਾ ਸਰ। ਹੱਥ ਵੀ ਦੇਖੋ ਤੁਸੀਂ, ਮੈਂ ਆਪਦਾ ਜੂੜਾ ਟਾਈ ਨਹੀਂ ਕਰ ਸਕਦੀ, ਇੱਥੇ ਐ ਰਹਿੰਦਾ ਇਹ, ਮੇਰੇ ਤੋਂ ਕੁਝ ਨਹੀਂ ਹੋ ਰਿਹਾ। ਮੇਰੇ ਮੰਮਾ ਤਿਆਰ ਕਰਦੇ ਆ, ਰੋਟੀ ਪੈਕ ਕਰਦੇ ਆ, ਰੋਟੀ ਬਣਾਉਂਦੇ ਆ। ਦੇਖੋ ਸਰ ਜੇ ਆਪਾਂ ਇੱਕ ਉਹ ਦੇਖੀਏ ਨਾ, ਘਰਦਿਆਂ ਨੂੰ ਵੀ ਉਮੀਦ ਹੁੰਦੀ ਆ ਨਾ ਵੀ ਸਾਡੀ ਬਹੂ ਚੰਗੀ ਭਲੀ ਹੋਵੇ, ਹਨਾ, ਤੇ ਹੁਣ ਸਾਰਾ ਕੰਮ ਉਹ ਕਰ ਰਿਹਾ, ਮੈਂ ਤਾਂ ਕੁਝ ਨਹੀਂ ਕਰ ਪਾ ਰਹੀ ਨਾ, ਇਵਨ ਮੈਂ ਕੱਪੜੇ ਤੱਕ ਨਹੀਂ ਧੋ ਪਾਉਂਦੀ ਆ ਉਹਦੇ। ਮਾਤਾ ਜੀ ਤੁਹਾਨੂੰ ਕੀ ਲੱਗਦਾਗਾ ਵੀ ਇਹ ਡਾਕਟਰਾਂ ਨੇ ਗਲਤੀ ਕੀਤੀ ਆ? ਸਾਰਾ ਕੁਝ ਹੈ ਤਾਂ ਡਾਕਟਰ ਦੀ ਗਲਤੀ ਹੋਈ ਆ, 6-7 ਮਹੀਨੇ ਹੋ ਗਏ ਹੁਣ ਇਹਨੂੰ ਕੋਈ, ਹੁਣ ਫੇਰ ਗਾਂ 4-5 ਮਹੀਨੇ ਫੇਰ ਡਾਕਟਰ ਨੇ ਕਿਹਾ ਜੀ, ਹੁਣ ਸਾਨੂੰ ਤਾਂ ਔਖਾ ਹੀ ਹੋ ਗਿਆ। ਤੁਸੀਂ ਇਹਦੀ ਕੋਈ ਛੁੱਟੀ ਨਹੀਂ, ਜਦੋਂ ਇਹ ਆਪਰੇਸ਼ਨ ਹੋਇਆ ਉਦੋਂ ਛੁੱਟੀ ਦਿੱਤੀ ਉਹਨਾਂ ਨੇ, ਡਿਊਟੀ ਤੋਂ ਉਵੇਂ ਜਾਂਦੀ ਰਹੀ, ਤੁਸੀਂ ਭਲਾ ਉਹਨਾਂ ਕੈਮਰੇ ਖੁਲਵਾ ਕੇ ਦੇਖ ਲਓ ਜੀ, ਉਵੇਂ ਜਾਂਦੀ ਰਹੀ ਡਿਊਟੀ ਤੇ। ਹੁਣ ਅਸੀਂ ਛੁੱਟੀਆਂ ਬਣੇ ਕਰਦੇ, ਹੁਣ ਨੌਕਰੀ ਤੋਂ ਵੀ ਕੱਢਤਾ ਜੀ। ਚਲੋ ਨੌਕਰੀ ਉਹ ਮੈਂ ਕਰੀ ਜਾਂਦੀ, ਹੁਣ ਅੱਗੋਂ ਇਹਨੂੰ ਕਿੱਥੋਂ ਮਿਲ ਜੂਗੀ ਕੋਈ ਨੌਕਰੀ ਕਿਸੇ ਪਾਸੇ ਜੀ। ਤੇ ਤੁਸੀਂ ਇਹਦੀ ਕੋਈ ਕੰਪਲੇਂਟ ਵਗੈਰਾ ਕਰ ਰਹੇ ਹੋ ਪੁਲਿਸ ਨੂੰ ਜਾਂ ਕੁਝ ਉਦਾਂ ਦਾ ਵੀ? ਮੇਰੇ ਸਰ ਮੈਂ ਨਾ ਪੰਜਾਬ ਮੈਡੀਕਲ ਕਾਉਂਸਲ ਤੇ ਆਪਣੀ ਕੰਪਲੇਂਟ ਪਾਈ ਹੋਈ ਹੈ, ਠੀਕ ਹੈ। ਉਹਨਾਂ ਨਾਲ ਇੱਕ ਵਾਰੀ ਉਹਨਾਂ ਨੂੰ ਬਾਈ ਮੇਲ ਭੇਜਿਆ, ਹੁਣ ਉਹਨਾਂ ਨੇ ਹਾਰਡ ਕਾਪੀਜ਼ ਮੰਗੀਆਂ, ਸਾਰੀਆਂ ਰਿਪੋਰਟਸ ਮੈਂ ਉਹ ਵੀ ਲਗਾ ਕੇ ਭੇਜ ਰਹੀ ਹਾਂ। ਉੱਥੇ ਮੈਂ ਰਿਕੁਐਸਟ ਕਰ ਰਹੀ ਹਾਂ ਕਿ ਉੱਥੇ ਕੋਈ ਹੱਲ ਹੋ ਸਕੇ। ਤੇ ਸਰ ਅਗਰ ਕੁਝ ਵੀ ਨਾ ਹੋਇਆ ਤਾਂ ਲਾਸਟ ਇਹ ਹੈ ਕਿ ਲੀਗਲੀ ਜਾਂ ਫਿਰ ਧਰਨਾ ਲਾਣਾ ਪਊਗਾ ਉੱਥੇ, ਕਿਉਂਕਿ ਹੋਰ ਕੋਈ ਆਪਸ਼ਨ ਰਹਿ ਨਹੀਂ ਗਈ ਮੇਰੇ ਕੋਲ। ਪਰ ਸਰ ਮੈਂ ਹਾਰ ਨਹੀਂ ਮੰਨਦੀ, ਮੈਂ ਉੱਥੇ ਜਿੰਨਾ ਮੈਥੋਂ ਹੋ ਸਕਿਆ ਨਾ ਮੈਂ ਕਰੂੰਗੀ ਜ਼ਰੂਰ। ਮੈਨੂੰ ਉੱਥੇ ਏਮਸ ਦੇ ਗੇਟ 'ਤੇ ਚਾਹੇ ਇਕੱਲੀ ਨੂੰ ਬੈਠਣਾ ਪਵੇ, ਮੈਂ ਉੱਥੇ ਵੀ ਬੈਠੂੰਗੀ ਜੇ ਮੈਨੂੰ ਇਨਸਾਫ ਨਾ ਮਿਲਿਆ, ਕਿਉਂਕਿ ਜੇ ਮੇਰੇ ਨਾਲ ਤੁਰਿਆ ਨਾ ਕੋਈ। ਪਰ ਮੈਨੂੰ ਇੰਨਾ ਭਰੋਸਾ ਮੇਰੇ ਪੰਜਾਬ ਦੀ ਜਿਹੜੀ ਜਨਤਾ ਨਾ, ਮੈਨੂੰ ਇੰਨਾ ਭਰੋਸਾ ਹੈ ਕਿ ਮੇਰੇ ਨਾਲ ਜ਼ਰੂਰ ਖੜਨਗੇ, ਮੈਨੂੰ ਬਹੁਤ ਉਹਨਾਂ ਤੇ ਯਕੀਨ ਹੈ। ਪਰ ਇੱਕ ਵਾਰ ਮੈਂ ਕੋਸ਼ਿਸ਼ ਕਰੂੰਗੀ ਕਿ ਜੋ ਮੇਰੇ ਨਾਲ ਹੋਇਆ ਨਾ ਕਿਸੇ ਹੋਰ ਨਾਲ ਨਾ ਹੋਵੇ, ਕਿਉਂਕਿ ਸਰ ਉੱਥੇ ਬਹੁਤ ਆਲਰੇਡੀ ਬਹੁਤ ਕੰਪਲੇਂਟਸ ਆਉਂਦੀਆਂ। ਪਹਿਲਾਂ ਵੀ ਇਹੋ ਜਿਹੇ ਕੇਸ ਆਏ ਆ ਵੀ ਆਪਰੇਸ਼ਨ ਗਲਤ ਹੋ ਗਏ ਜਾਂ ਬਹੁਤ ਸਰ ਐਮਐਸ ਆਫਿਸ ਦੇ ਵਿੱਚ ਕੰਪਲੇਂਟਸ ਹੁੰਦੀਆਂ, ਪਰ ਲੋਕ ਵਿਚਾਰੇ ਹੱਡੀਆਂ ਦੇ ਡਾਕਟਰ ਦੀ ਕੰਪਲੇਂਟ ਹੀ ਆ ਰਹੀ ਹੈ ਸਰ। ਵੈਸੇ ਜ਼ਿਆਦਾਤਰ ਹੱਡੀਆਂ ਵਾਲੇ ਆ, ਜ਼ਿਆਦਾਤਰ ਜਿੰਨੇ ਮੈਂ ਸੁਣਿਆ, ਕਿਉਂਕਿ ਸਰ ਜਦੋਂ ਮੈਂ ਦੁਬਾਰਾ ਉੱਥੇ ਗੱਲ ਕੀਤੀ ਨਾ ਕਰਾਉਣ ਦੀ, ਤਾਂ ਮੈਨੂੰ ਬਹੁਤ ਜਣਿਆਂ ਨੇ ਕਿਹਾ, ਕਹਿੰਦੇ ਕਿ ਸਿਮਰਨ ਦੁਬਾਰਾ ਨਾ ਰਿਸਕ ਲਈ, ਇੱਥੇ ਨਾ ਐਵੇਂ ਈਵਨ ਸਾਡੇ ਸਟਾਫ 'ਚ ਹੀ ਹੋਇਆ, ਤੇ ਉਹ ਕਹਿੰਦੇ ਦੁਬਾਰਾ ਰਿਸਕ ਨਾ ਲਈ। ਤਾਂ ਸਰ ਉੱਥੇ ਮੈਨੂੰ ਵੀ ਥੋੜਾ ਡਾਊਟ ਹੋ ਗਿਆ। ਤੇ ਇੱਕ ਤਾਂ ਮੈਨੂੰ ਇਹ ਵੀ ਦੱਸਿਆ ਗਿਆ ਕਿ ਇੱਕ ਉਹਨਾਂ ਨੇ ਕੰਪਲੇਨ ਕਰਤੀ ਸੀ ਵੀ 5 ਦਿਨ ਬੰਦਾ ਵੇਟਿੰਗ ਤੇ ਸੀ, ਤੇ ਜਦੋਂ ਉਹਨਾਂ ਨੇ ਕਿਹਾ ਨਾ ਕੰਪਲੇਨ ਕਰਤੀ ਵੀ ਸਾਡਾ ਆਪਰੇਸ਼ਨ ਨਹੀਂ ਕੀਤਾ, ਜਦੋਂ ਉਹਨੂੰ ਆਪਰੇਸ਼ਨ ਹੋਇਆ ਨਾ ਉਹਨੂੰ ਬਹੁਤ ਤੰਗ ਕੀਤਾ ਗਿਆ ਡਿਊਰਿੰਗ ਆਪਰੇਸ਼ਨ। ਤੇ ਸਰ ਐਵੇਂ ਕਰਦੇ ਇਹ ਕੋਆਪਰੇਸ਼ਨ ਇੰਨਾ ਕੀ ਕਰਦੇ ਆ, ਮਤਲਬ ਬਾਅਦ ਚ ਟੌਰਚਰ ਹੀ ਕਰਦੇ ਸਰ ਇੱਕ ਤਰ੍ਹਾਂ ਦਾ। ਹੁਣ ਮੈਂ ਕੰਪਲੇਨ ਕੀਤੀ ਸੀ ਜਦੋਂ, ਉਸ ਤੋਂ ਬਾਅਦ ਸਾਰਿਆਂ ਦਾ ਰਵੱਈਆ ਚੇਂਜ ਹੋ ਗਿਆ ਮੇਰੇ ਪ੍ਰਤੀ, ਮੈਨੂੰ ਤੰਗ ਕਰਨ ਲੱਗ ਗਏ, ਮੈਨੂੰ ਛੁੱਟੀਆਂ ਤੋਂ ਤੰਗ ਕਰਨ ਲੱਗ ਗਏ, ਪਹਿਲਾਂ ਲੀਵਸ ਦੇ ਰਹੇ ਸੀ। ਤੇ ਹੁਣ ਤੁਹਾਨੂੰ ਜਦੋਂ ਜੌਬ ਤੋਂ ਉਹਨਾਂ ਨੇ ਕੱਢਤਾ ਕਿੰਨਾ ਟਾਈਮ ਹੋ ਗਿਆ? ਸਰ ਮੈਨੂੰ 28 ਨੂੰ ਇਹਨਾਂ ਨੇ ਟਰਮੀਨੇਟ ਕੀਤਾ ਸੀਗਾ, 28 ਨੂੰ ਜਦੋਂ ਕਾਲ ਆਈ ਹੈ ਬਾਏ ਕਾਲ ਸਰ। ਜੂਨ ਜੁਲਾਈ ਕਿਹੜੇ ਮਹੀਨੇ? ਅਗਸਤ ਦੇ ਵਿੱਚ, ਹਾਂਜੀ ਬਾਏ ਕਾਲ। ਬਟ ਫਿਰ ਵੀ ਮੈਂ 29 ਤੇ 30 ਨੂੰ ਮੇਰੀ ਉੱਥੇ ਅਟੈਂਡੈਂਸ ਪਈ ਹੈ, ਮੈਂ ਪੰਚ ਕੀਤਾ ਹੋਇਆ ਕਿਉਂਕਿ ਸਾਡੀ ਬਾਇਓਮੈਟ੍ਰਿਕ ਹੁੰਦੀ ਹੈ, ਉੱਥੇ ਮੇਰੀ ਉਹ ਲੱਗੀ ਹੋਈ ਹੈ। ਤੁਸੀਂ ਸਰ ਮੇਰੀ ਕੰਡੀਸ਼ਨ ਦੇਖ ਸਕਦੇ ਹੋ, ਤੁਸੀਂ ਚਾਹੇ ਉੱਥੇ ਏਮਸ ਨਾ ਕੈਮਰੇ ਖੁਲਵਾ ਲਓ। ਜਦੋਂ ਮੈਂ ਜਾਂਦੀ ਹੁੰਦੀ ਸੀ ਨਾ ਸਰ ਵੀਲ ਚੇਅਰ ਦੇ ਵਿੱਚ ਜਾਂਦੀ ਹੁੰਦੀ ਸੀ, ਤੇ ਮੈਨੂੰ ਫਿਰ ਮੇਰਾ ਬ੍ਰਦਰ ਜਾਂ ਇਹ ਜਾਂਦੇ ਨਾਲ, ਤੇ ਉੱਪਰ ਜਾ ਕੇ ਬੈਠ ਜਾਂਦੇ। ਮੈਂ 1 ਹਫ਼ਤੇ ਦੀ ਛੁੱਟੀ ਲੈਤੀ ਸੀ ਉਦੋਂ ਸਰ, ਤੇ ਉੱਥੇ ਉਦਾਂ ਹੀ ਮੈਂ ਡਿਊਟੀ ਕੀਤੀ ਹੈ, ਕਿਉਂਕਿ ਉਦੋਂ ਵੀ ਮੈਨੂੰ ਕਾਲ ਆਉਂਦੇ ਸੀ ਕਿ ਸਾਡੇ ਕੋਲੇ ਬਹੁਤ ਰਿਜ਼ਿਊਮ ਪਏ ਆ, ਤੁਹਾਨੂੰ ਜੌਬ ਤੋਂ ਹਟਾ ਦੇਣਗੇ। ਉਸੇ ਕੰਡੀਸ਼ਨ 'ਚ, ਕਿਉਂਕਿ ਸਰ ਮੇਰੇ ਪੈਰ ਦੇ ਵਿੱਚ ਵੀ ਪੈਰ ਫਟ ਗਿਆ ਸੀ ਮੇਰਾ ਜੀ, ਤੇ ਪੈਰ ਤੇ ਵੀ ਟਾਂਕੇ ਸੀ, ਸਿਰ 'ਚ ਵੀ ਟਾਂਕੇ ਸੀ, ਤੇ ਬਾਂਹ ਤੇ ਵੀ ਟਾਂਕੇ ਸੀ, ਤੇ ਮੈਂ ਉਦਾਂ ਹੀ ਜਾਂਦੀ ਹੁੰਦੀ ਸੀ। ਤੇ ਉਸ ਤੋਂ ਬਾਅਦ ਵੀ ਹੁਣ ਮੇਰੇ ਪੈਰ ਵੀ ਹਲੇ ਠੀਕ ਨਹੀਂ ਪੂਰੀ ਤਰ੍ਹਾਂ, ਤਾਂ ਅੱਗੇ ਨਾ ਇਹਦੇ ਸਰ ਮੈਂ ਬਾਅਦ ਚੋਂ ਕਟਾਇਆ ਉੱਪਰੋਂ, ਅੰਦਰ ਹਲੇ ਵੀ ਤਾਂ ਅੱਗੇ ਹੈਗੇ ਆ। ਤੇ ਤੁਸੀਂ ਠੇਕੇ ਤੇ ਹੋ, ਕੱਚੇ ਮੁਲਾਜ਼ਮ? ਹਾਂਜੀ ਕੱਚੇ ਮੁਲਾਜ਼ਮ, ਆਊਟਸੋਰਸ ਹੈ ਸਰ। ਕਿਹੜੀ ਕੰਪਨੀ ਅੰਡਰ ਹੋ? ਸਰ ਪ੍ਰਿੰਸੀਪਲ ਸਿਕਿਉਰਿਟੀ ਉਹਦੇ ਅੰਦਰ ਹੈ। ਇਹ ਕਿੱਥੋਂ ਦੀ ਕੰਪਨੀ, ਪੰਜਾਬ ਦੀ ਕਿ ਬਾਹਰ ਦੀ? ਸਰ ਇਹ ਜਲੰਧਰ ਦੀ ਹੈ,
ਤੇ ਉਸ ਦੇ ਵਿੱਚ ਕਹਿੰਦੇ ਹੁੰਦੇ ਉੱਥੇ ਸਰ ਬੈਠਦੇ ਨੇ ਇੱਕ, ਪਰ ਸਰ ਉਹਨਾਂ ਨੇ ਮੈਨੂੰ ਟਰਮੀਨੇਟ, ਉਹਨਾਂ ਦਾ ਕੋਈ ਇਸ ਰੋਲ ਨਹੀਂ ਹੈਗਾ। ਜੋ ਵੀ ਕੀਤਾ ਸਾਡੇ HOD ਸਾਹਿਬ ਨੇ ਕੀਤਾ, ਉਹਨਾਂ ਨੇ ਕੀਤਾ, ਕਿਉਂਕਿ ਉਹਨਾਂ ਨਾਲ ਮੈਂ ਗੱਲ ਕੀਤੀ ਸੀ। ਉਹ ਕਹਿੰਦੇ ਜੀ ਸਾਨੂੰ ਤਾਂ ਦੇਖੋ ਉੱਪਰ ਆਰਡਰ ਹੈ, ਠੀਕ ਹੈ, ਉਹਨਾਂ ਨੇ ਸਾਨੂੰ ਮੇਲ ਭੇਜਤੀ, ਸਾਨੂੰ ਤਾਂ ਕਰਨਾ ਪਊਗਾ। ਕਿਹੜੇ ਡਾਕਟਰ ਵੱਲੋਂ ਤੁਹਾਡਾ ਆਪਰੇਸ਼ਨ ਹੋਇਆਗਾ? ਨਾਮ ਕੀ ਉਹਨਾਂ ਦਾ? ਜਿਨ੍ਹਾਂ ਦੇ ਅੰਡਰ ਹੋਇਆ ਸਰ ਉਹ ਡਾਕਟਰ ਨਿਲੇਸ਼ ਆ, ਪਰ ਜਿਨ੍ਹਾਂ ਨੇ ਆਪਰੇਸ਼ਨ ਕੀਤਾ ਨਾ ਉਹ ਸੀਨੀਅਰ ਰੈਜ਼ੀਡੈਂਟ ਆ। ਉਹ ਨਾ 3-3 ਮਹੀਨੇ ਅਡੌਕ ਬੇਸਿਸ ਤੇ ਆਉਂਦੇ ਆ, 3 ਮਹੀਨੇ ਦੀ ਟ੍ਰੇਨਿੰਗ ਤੇ। ਟ੍ਰੇਨਿੰਗ ਤੇ ਡਾਕਟਰ ਸਾਹਿਲ ਤੇ ਡਾਕਟਰ ਤੁਸ਼ਾਰ, ਇਹਨਾਂ ਨੇ ਐਮਰਜੈਂਸੀ OT ਦੇ ਵਿੱਚ ਕੀਤਾ। ਉੱਥੇ ਇੱਕ ਟੈਕਨੀਸ਼ੀਅਨ, ਵੱਡਾ ਡਾਕਟਰ ਹੈ ਨਹੀਂ ਸੀ? ਨਹੀਂ ਸਰ, ਕਿਉਂਕਿ ਸਰ ਸਾਡੇ ਨਾ ਇੱਕ ਰੋਸਟਰ ਬਣਦਾ ਮਹੀਨੇ ਦਾ, ਉਹਦੇ ਵਿੱਚ ਨਾ ਅਸੀਂ ਜਿਵੇਂ ਮੈਂ ਬਣਾਉਣੀ ਹੁੰਨੀ ਆ, ਉਹਦੇ ਵਿੱਚ ਸਾਡਾ ਜਿਹੜਾ ਸੀਨੀਅਰ ਡਾਕਟਰ ਹੁੰਦਾ, ਮਤਲਬ ਜਿਹੜਾ ਸਾਡਾ ਡਾਕਟਰ ਹੁੰਦਾ ਸੀਨੀਅਰ, ਉਹਦੀ ਅਸੀਂ ਪਹਿਲਾ ਨਾਮ ਰੱਖਦੇ ਆ ਵੀ ਜੇ ਐਮਰਜੈਂਸੀ ਲੋੜ ਪੈ ਜੇ ਨਾ ਤਾਂ ਪਹਿਲਾਂ SR ਆਉਂਦੇ ਆ, ਫਿਰ ਉਸ ਤੋਂ ਥੋੜਾ ਜਿਹੜਾ ਅਸਿਸਟੈਂਟ ਆਫ ਪ੍ਰੋਫੈਸਰ ਉਹ ਆਉਂਦਾ, ਫਿਰ ਵੱਡਾ ਡਾਕਟਰ ਆਉਂਦਾ, ਐ ਹੁੰਦਾ ਸਰ। ਤੇ ਉਹਦੇ ਵਿੱਚ ਜਿਹੜੇ ਕੇਸ ਕੀਤਾ, ਬਾਕੀ ਸਰ ਮੈਂ ਉੱਥੋਂ ਦਾ ਸਟਾਫ ਹੈ, ਮੈਨੂੰ ਪਤਾ OT ਦੇ ਵਿੱਚ ਨਾ ਰਾਤ ਨੂੰ SR ਹੀ ਕਰਦੇ ਆ, ਕੋਈ ਡਾਕਟਰ ਨਹੀਂ ਆਉਂਦਾ ਉੱਥੇ। ਆਉਂਦੇ ਆ ਡਾਕਟਰ, ਉਹ ਵੀ ਮੇਜਰ ਜਿਹੜੇ ਆਪਦੇ ਪ੍ਰੋਫੈਸ਼ਨ ਨੂੰ ਵਾਕਈ ਬਹੁਤ ਵਧੀਆ ਸਮਝਦੇ ਆ। ਉੱਥੋਂ ਤੇ ਇੱਕ ਡਾਕਟਰ ਤੋਂ ਨਾ ਮੈਂ ਪਹਿਲਾਂ ਆਪਰੇਸ਼ਨ ਮੇਰਾ ਹੋਇਆ ਹੋਇਆ, ਬਹੁਤ ਵਧੀਆ ਆਪਰੇਸ਼ਨ, 15 ਦਿਨਾਂ 'ਚ ਠੀਕ ਹੋ ਗਈ ਸਰ ਮੈਂ, ਤਾਈਓ ਮੈਂ ਦੁਬਾਰਾ ਉੱਥੋਂ ਆਪਰੇਸ਼ਨ ਕਰਾਇਆ ਸੀ। ਉਹ ਡਾਕਟਰ ਬਹੁਤ ਨਾਈਸ ਨੇ, ਬਾਈ ਨੇਚਰ ਵੀ ਤੇ ਬਾਈ ਟ੍ਰੀਟਮੈਂਟ ਵੀ, ਉਹਨਾਂ ਨੇ ਬਹੁਤ ਵਧੀਆ ਟ੍ਰੀਟਮੈਂਟ ਦਿੱਤਾ ਮੈਨੂੰ। ਆਪਾਂ ਸਾਰਿਆਂ ਨੂੰ ਮਾੜਾ ਨਹੀਂ ਕਹਿੰਦੇ, ਪਰ ਹਾਂ ਜੋ ਇਹਨਾਂ ਨੇ ਕੀਤਾ, ਇਹਨਾਂ ਨੇ ਤਾਂ ਮੇਰੀ ਗੱਲ ਵੀ ਨਹੀਂ ਸੁਣੀ ਬਾਅਦ ਵਿੱਚ, ਤੇ ਉਤੋਂ ਦੀ ਰਿਜ਼ਲਟ ਇਹ ਹੈ ਕਿ ਮੈਨੂੰ ਜੌਬ ਤੋਂ ਹੀ ਕੱਢਤਾ। ਤੇ ਜਿਹੜੀ ਸੈਲਰੀ ਵਗੈਰਾ ਉਹ ਕੰਪਨੀ ਤੁਹਾਨੂੰ ਖਾਤੇ 'ਚ ਹੀ ਪਾਉਂਦੀ ਸੀ? ਹਾਂਜੀ ਸਰ, ਉਹ ਮੇਰੇ ਅਕਾਊਂਟ ਦੇ ਵਿੱਚ ਆਉਂਦੀ ਸੀ ਸੈਲਰੀ। ਸਾਡੀ 5 ਤਰੀਕ ਨੂੰ ਸੈਲਰੀ ਆ ਜਾਂਦੀ ਸੀ ਅਕਾਊਂਟ 'ਚ। ਤੇ ਹੁਣ ਮੈਡੀਕਲ ਜਿੱਥੇ ਤੁਸੀਂ ਕੰਪਲੇਂਟ ਕਰੀ ਵੀ ਆ ਡਿਪਾਰਟਮੈਂਟ ਕੋਲੇ, ਵੀ ਉਹਨਾਂ ਕੋਲੇ ਤੁਸੀਂ ਹਾਰਡ ਕਾਪੀਜ਼ ਭੇਜਣੀਆਂ ਨੇ? ਹਾਂਜੀ ਸਰ, ਉਹਨਾਂ ਕੋਲੇ ਹਾਰਡ ਕਾਪੀਜ਼ ਭੇਜੀਆਂ। ਮੈਂ ਜਿਹੜੀਆਂ ਹਾਰਡ ਕਾਪੀਜ਼ ਆਪਦੇ ਮਤਲਬ ਏਮਸ ਅਥਾਰਟੀ ਨੂੰ ਵੀ ਭੇਜੀਆਂ, ਉਹਨਾਂ ਨੂੰ ਬਾਈ ਮੇਲ ਵੀ ਭੇਜੀਆਂ, ਬਾਈ ਹਾਰਡ ਲੈਟਰ ਵੀ ਭੇਜਿਆ, ਬਟ ਕੁਝ ਨਹੀਂ ਹੋਇਆ, ਕੋਈ ਗੱਲ ਨਹੀਂ ਸੁਣੀ ਗਈ। ਦਿੱਲੀ ਵੀ ਭੇਜਿਆ ਤੁਸੀਂ ਸਾਰਾ ਕੁਝ? ਨਹੀਂ ਸਰ, ਦਿੱਲੀ ਨਹੀਂ ਭੇਜਿਆ, ਇਹ ਮੈਂ ਹਲੇ ਤਾਂ PMS ਤੇ ਕੀਤੀ ਹੈ। ਹੁਣ ਬਾਕੀ ਦੇਖਦੇ ਆ ਸਰ ਕਿਵੇਂ ਕੀ ਬਣਦਾ। ਤੇ ਜੇ ਤੁਹਾਡਾ ਨਾ ਹੋਇਆ ਫਿਰ ਤੁਸੀਂ ਧਰਨੇ ਲਈ ਜਾਓਗੇ? ਬਿਲਕੁਲ ਸਰ, ਮੈਂ ਤਾਂ ਸਰ ਇਹ ਵੀ ਕਹਿੰਦੀ ਆ, ਮੈਨੂੰ ਕਿਤੇ ਹੋਪ ਨਾ ਦਿਸੀ ਨਾ ਤਾਂ ਡੈਫੀਨੇਟਲੀ ਆਈ ਵਿਲ ਡਾਈ, ਆਈ ਵਿਲ ਸੁਸਾਈਡ ਡੈਫੀਨੇਟਲੀ। ਮੈਂ ਕੈਮਰੇ ਦੇ ਸਾਹਮਣੇ ਕਹਿਣੀ ਆ, ਕਿਉਂਕਿ ਮੈਂ ਬਹੁਤ ਜ਼ਿਆਦਾ ਡਿਸਟਰਬ ਹੈ ਇਸ ਟਾਈਮ, ਮੇਰੀ ਕੋਈ ਹੈਲਪ ਨਹੀਂ ਹੋ ਰਹੀ ਸਰ। ਮੈਂ ਘਰ ਦਾ ਖਰਚਾ ਕਿੱਥੋਂ ਚਲਾਵਾਂ ਆਪਦੇ, ਮੈਂ ਸਾਰਾ ਕੁਝ ਉਹਨਾਂ ਤੇ ਸਿੱਟਤਾ। ਮੈਂ ਇੱਕ ਵੈਲ ਐਜੂਕੇਟਡ ਕੁੜੀ ਹਾਂ, ਕੰਪਿਊਟਰ ਇੰਜੀਨੀਅਰਿੰਗ ਕੀਤੀ ਹੋਈ ਹੈ ਮੇਰੀ, ਤਾਂ ਮੇਰਾ ਇਹੀ ਹੋਪ, ਮੇਰਾ ਵੀ ਸੁਪਨਾ ਸੀ ਕਿ ਮੈਂ ਨੌਕਰੀ ਕਰਾਂ ਸਰ। ਤੁਸੀਂ ਖੁਦ ਦੇਖ ਲਓ ਵੀ ਇਸ ਕੰਡੀਸ਼ਨ 'ਚ ਮੈਨੂੰ ਕੋਈ ਨੌਕਰੀ ਦੇ ਦੂਗਾ। ਆਪਾਂ ਜਦੋਂ ਇੰਟਰਵਿਊ ਲਈ ਜਾਂਦੇ ਨਾ, ਬੰਦਾ ਇਹ ਦੇਖਦਾ ਫਿਜ਼ੀਕਲੀ ਫਿੱਟ ਹੈ ਬੰਦਾ, ਤਾਂ ਇਸ ਕੰਡੀਸ਼ਨ ਦੇ ਵਿੱਚ ਸਰ ਮੇਰੀ ਇਹ ਕੰਡੀਸ਼ਨ ਕਰਕੇ ਉਹਨਾਂ ਨੇ ਮੈਨੂੰ ਨੌਕਰੀ ਤੋਂ ਵੀ ਕੱਢਤਾ। ਤੇ ਸਰ ਹੁਣ ਤੁਸੀਂ ਦੱਸੋ ਮੈਂ ਕੀ ਕਰਾਂ, ਮੇਰੇ ਕੋਲ ਹੋਰ ਕੋਈ ਹੱਲ ਨਹੀਂ। ਜਾਂ ਤਾਂ ਮੈਂ ਉੱਥੇ ਪ੍ਰੋਟੈਸਟ ਕਰੂੰਗੀ, ਨਾ ਵੀ ਸੁਣੀ ਫਿਰ ਤੁਹਾਨੂੰ ਮੈਂ ਉਹਦਾ ਫਾਈਨਲ ਦੱਸਤਾ, ਮੇਰਾ ਤਾਂ ਇਹੀ ਹੈ। ਧੰਨਵਾਦ ਜੀ, ਤੁਸੀਂ ਸਮਾਂ ਦਿੱਤਾ। ਸੋ ਇਹ ਇੱਕ ਕਹਾਣੀ ਸੀ, ਹਾਲਾਂਕਿ ਆਪਰੇਸ਼ਨ ਆ ਜਿਹੜਾ ਆਪਰੇਸ਼ਨ ਉਹ ਸਿਮਰਨਜੀਤ ਕੌਰ ਵੱਲੋਂ ਕਿਹਾ ਗਿਆ ਵੀ ਆਪਰੇਸ਼ਨ ਗਲਤ ਹੋਇਆ ਹੈਗਾ, ਪਰ ਜਿਹੜੀ ਗੱਲ ਆ ਇਹ ਨਹੀਂ ਹੋਣੀ ਚਾਹੀਦੀ ਸੀ। ਹਾਲਾਂਕਿ ਬਹੁਤ ਸਾਰੀਆਂ ਘਟਨਾਵਾਂ ਇਦਾਂ ਦੀਆਂ ਹੁੰਦੀਆਂ, ਆਪਰੇਸ਼ਨ ਗਲਤ ਵੀ ਹੋ ਜਾਂਦੇ ਆ, ਪਰ ਇਹ ਨਹੀਂ ਵੀ ਕੋਈ ਚੀਜ਼ ਦਾ ਇੱਥੇ ਹੱਲ ਨਹੀਂ ਦੁਨੀਆ ਦੇ ਉੱਤੇ। ਖਾਸ ਕਰਕੇ ਮੈਡੀਕਲ ਲਾਈਨ ਦੇ ਵਿੱਚ ਬਹੁਤ ਸਾਰੇ ਹੱਲ ਆ, ਪਰ ਜਿਹੜਾ ਉਹਦਾ ਬਣਦਾ ਹੱਕ ਆ ਉਹ ਵੀ ਨਹੀਂ ਉਹਨੂੰ ਦਿੱਤਾ ਗਿਆ, ਤੇ ਜਿਹੜਾ ਹੱਕ ਉਹ ਲੈ ਰਹੀ ਸੀ ਖਾਸ ਕਰਕੇ ਨੌਕਰੀ ਦਾ, ਉਹ ਵੀ ਉੱਥੋਂ ਖੋਲ੍ਹਿਆ ਗਿਆ। ਅਸੀਂ ਵੀ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਹਾਂ, ਖਾਸ ਕਰਕੇ ਮੈਡੀਕਲ ਅਫਸਰਾਂ ਨੂੰ ਵੀ ਇਸ ਮਾਮਲੇ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ, ਤੇ ਇਸ ਕੁੜੀ ਦਾ ਜਿਹੜਾ ਦੁੱਖ ਤਕਲੀਫ ਆ ਉਹ ਵੀ ਸੁਣੀ ਜਾਵੇ। ਤੇ ਏਮਸ ਦੇ ਜਿਹੜੇ ਅਧਿਕਾਰੀ ਆ, ਚਾਹੇ ਉੱਥੋਂ ਦੇ ਡੀਨ ਆ ਜਾਂ MS ਆ ਮੈਡੀਕਲ ਸੁਪਰੀਡੈਂਟ ਨੇ, ਉਹ ਵੀ ਜ਼ਰੂਰ ਆਪਣਾ ਜਿਹੜਾ ਹੈਗਾ ਬਿਆਨ ਇਸ ਮਾਮਲੇ ਦੇ ਉੱਤੇ ਜ਼ਰੂਰ ਦੇਣ, ਵੀ ਜਾਂ ਇਸ ਕੁੜੀ ਨੂੰ ਬਣਦਾ ਜਿਹੜਾ ਉਹਦਾ ਇਨਸਾਫ ਦਿਵਾਉਣ ਦੀ ਉਹ ਕੋਸ਼ਿਸ਼ ਕਰਨ। ਅੱਗੇ ਫੇਰ ਮਿਲਾਂਗੇ ਕਿਸੇ ਹੋਰ ਮੁਲਾਕਾਤ ਦੇ ਵਿੱਚ। ਹੁਣ ਮੈਨੂੰ ਦਿਓ ਇਜਾਜ਼ਤ, ਤੁਸੀਂ ਆਪਣਾ ਸਮਾਂ ਦਿੱਤਾ ਜੀ, ਧੰਨਵਾਦ।